गुड मॉर्निंग सारिਆਂ ਨੂੰ। ਕਿੱਦਾਂ ਵੀ ਸਾਰੇ ਵਧੀਆ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ PSEB ਅਤੇ CBSE ਬੋਰਡ ਦੇ ਜਿਹੜੇ ਐਗਜ਼ਾਮ ਚੱਲ ਰਹੇ ਨੇ ਤਾਂ ਉਹਨਾਂ ਪ੍ਰਤੀ ਆਪਾਂ ਅੱਜ ਗੱਲ ਕਰਾਂਗੇ। ਤੇ ਮੈਂ ਤੁਹਾਡੇ ਲਈ ਜਿਹੜਾ ਕੰਟੈਂਟ ਹੈ ਕਿਸ ਦਾ 2016 ਐਗਜ਼ਾਮ 17 18 ਔਰ 19 ਦਾ ਇਹ ਸਾਰੇ ਮੈਂ ਤੁਹਾਡੇ ਲਈ ਜੋ ਹੈ ਪ੍ਰੀਵੀਅਸ ਪੇਪਰ ਹੈ ਜਿਹੜੇ ਉਹ ਲੈ ਕੇ ਆਇਆ ਰਾਜੇ। ਤਾਂ ਆਪਾਂ ਇਹਨਾਂ ਦੇ ਬਾਰੇ ਅੱਜ ਗੱਲ ਕਰਾਂਗੇ ਕਿਉਂਕਿ ਜੋ ਪੋਲੀਟੀਕਲ ਸਾਇੰਸ ਹੈ ਇਸ ਦਾ ਐਗਜ਼ਾਮ ਹੈ ਹਾਲੇ ਤੱਕ ਹੋਣ ਵਾਲਾ ਹੈਗਾ। ਠੀਕ ਹੈ, ਤਾਂ ਇਹਨਾਂ ਸਾਰਿਆਂ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਤਾਂ ਉਹਨਾਂ ਬਾਰੇ ਚਰਚਾ ਕਰਦੇ ਹਾਂ ਵੀ ਕਿੱਦਾਂ ਹੈ ਜਿਹੜੇ ਕਿਸ ਤਰ੍ਹਾਂ ਇਹਨਾਂ ਨੇ ਐਗਜ਼ਾਮ ਲੈਣੇ ਹੈ ਤੇ ਕਿਹੜੇ ਕਿਹੜੇ ਮੇਨ ਕੁਐਸਚਨ ਹੈ ਜਿਹੜੇ ਪ੍ਰਸ਼ਨ ਹੈ ਉਹ ਐਗਜ਼ਾਮ ਦੇ ਪ੍ਰਤੀ ਇੰਪੋਰਟੈਂਟ ਨੇ। ਠੀਕ ਹੈ, ਤਾਂ ਪਹਿਲਾ ਜਿਹੜਾ ਹੈਗਾ ਉਸ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ। ਕੀ ਹੈ ਨਿਯਮ ਨਿਰਮਾਣ ਕਾਰਜ ਤੋਂ ਤੁਸੀਂ ਕੀ ਸਮਝਦੇ ਹੋ? ਕਾਰਲ ਮਾਰਕਸ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ। ਲੋਕ ਮਤ ਦੀ ਇੱਕ ਪਰਿਭਾਸ਼ਾ ਲਿਖੋ। ਕਿਸ ਦੀ? ਲੋਕ ਮਤ ਦੀ। ਤਾਂ ਜਿਹੜੇ ਪ੍ਰਸ਼ਨ ਸਾਰੇ ਰਾਜੇ ਇੰਪੋਰਟੈਂਟ ਹੈ ਤੇ ਪ੍ਰੀਵੀਅਸ ਐਗਜ਼ਾਮ ਦੇ ਪ੍ਰਤੀ ਠੀਕ ਹੈ ਆਏ ਹੋਏ ਹਨ। ਪਰ ਧਿਆਨ ਰੱਖਿਓ ਆ ਹੀ ਮੇਨ ਹੈ ਜਿਹੜੇ ਇਹਨਾਂ ਦੇ ਵਿੱਚੋਂ ਕੁਝ ਪ੍ਰਸ਼ਨ ਹੈ ਜਿਹੜੇ ਉਹ ਤੁਹਾਨੂੰ ਇਸ ਵਾਰੀ 2023 ਦੇ ਐਗਜ਼ਾਮ ਦੇ ਵਿੱਚ ਜਿਹੜਾ ਫਾਈਨਲ ਐਗਜ਼ਾਮ ਹੈ ਉਸ ਦੇ ਵਿੱਚ ਵੀ ਆਉਣ ਦੀ ਸੰਭਾਵਨਾ ਜਿਹੜੀ ਉਹ ਹੋ ਸਕਦੀ ਹੈ। ਠੀਕ ਹੈ, ਤਾਂ ਫੋਰਥ ਕੁਐਸਚਨ ਹੈ ਗਾਂਧੀ ਜੀ ਦੇ ਜੀਵਨ ਤੋਂ ਪ੍ਰਭਾਵ ਪਾਉਣ ਵਾਲੇ ਦੋ ਧਾਰਮਿਕ ਗ੍ਰੰਥਾਂ ਦੇ ਨਾਂ ਲਿਖੋ। ਰਾਜਨੀਤਿਕ ਦਲਾਂ ਦਾ ਇੱਕ ਗੁਣ ਲਿਖੋ। ਭਾਰਤ ਵਿੱਚ ਅਸਲੀ ਕਾਰਜਪਾਲਿਕਾ ਕੌਣ ਹੈ? ਭਾਰਤ ਦੀ ਅਸਲੀ ਕਾਰਜਪਾਲਿਕਾ ਦਾ ਕੰਮ ਹੈ ਜਿਹੜਾ ਉਹ ਕੌਣ ਹੈ? ਉਸ ਤੋਂ ਬਾਅਦ ਹੈ ਭ੍ਰਿਸ਼ਟਾਚਾਰ ਦਾ ਭਾਰੀ ਲੋਕਤੰਤਰ ਨਾਲ ਕੀ ਪ੍ਰਭਾਵ ਹੈ? ਭਾਰਤ ਵਿੱਚ ਹੁਣ ਤੱਕ ਕਿੰਨੀਆਂ ਲੋਕ ਸਭਾਵਾਂ ਚੋਣਾਂ ਹੋ ਚੁੱਕੀਆਂ ਹਨ? ਰਾਸ਼ਟਰ ਤੇ ਸੰਯੁਕਤ ਰਾਸ਼ਟਰ ਦੇ ਮੁੱਖ ਅੰਗ ਦੇ ਨਾਂ ਲਿਖੋ। ਸੰਯੁਕਤ ਰਾਸ਼ਟਰ ਦੇ ਮੁੱਖ ਅੰਗਾਂ ਦੇ ਵੀ ਨਾਂ ਲਿਖੋ। ਭਾਰਤ ਤੇ ਪਾਕਿਸਤਾਨ ਵਿੱਚ ਤਣਾਅ ਦਾ ਕਾਰਨ ਕੀ ਹੈ? ਠੀਕ ਹੈ, ਉਹਨਾਂ ਬਾਰੇ ਇਹਨਾਂ ਦੇ ਰਾਜੇ ਇੱਕ ਨੰਬਰ ਦੇ ਕੁਐਸਚਨ ਹੈ ਜਿਹੜੇ ਉਹ ਆਣਗੇ। ਉਸ ਤੋਂ ਬਾਅਦ ਭਾਗ ਐੜਾ ਦੇ ਵਿੱਚ ਗੱਲ ਕਰਦੇ ਹਾਂ ਰਾਜਨੀਤਿਕ ਪ੍ਰਣਾਲੀ ਦੇ ਵਿਸ਼ੇਸ਼ ਨਿਵੇਸ਼ ਹੈ ਜਿਹੜੇ ਉਹਨਾਂ ਦੇ ਕੰਮਾਂ ਦਾ ਵਰਣਨ ਕਰੋ। ਪੁਰਾਤਨ ਉਦਾਰਵਾਦ ਸਮਕਾਲੀਨ ਉਦਾਰਵਾਦ ਵਿੱਚ ਚਾਰ ਅੰਤਰ ਦੱਸੋ। ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਪਾਲਿਕਾ ਕਿਹੜੀ? ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਪਾਲਿਕਾ ਦੇ ਵਿੱਚ ਚਾਰ ਅੰਤਰ ਦੱਸੋ। ਹੁਣ ਚਾਰ ਅੰਤਰ ਹੈ ਤਾਂ ਰਾਜੇ 4 ਨੰਬਰ ਦਾ ਹੈ। ਠੀਕ ਹੈ, ਤੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਹੈ ਪ੍ਰਤੱਖ ਚੋਣ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ? ਡਾਇਰੈਕਟ ਇਲੈਕਸ਼ਨ ਵਾਲਾ। ਠੀਕ ਹੈ, ਬਹੁਦਲ ਪ੍ਰਣਾਲੀ ਦੇ ਕੋਈ ਦੋ ਗੁਣ ਦੱਸੋ। ਬਹੁਦਲ ਮਲਟੀ ਪਾਰਟੀ ਸਿਸਟਮ ਵਾਲਾ ਹੈ। ਦਬਾਓ ਸਮੂਹਾਂ ਦੇ ਕੋਈ 4 ਕਾਰਜ ਦੱਸੋ। ਪ੍ਰੈਸ਼ਰ ਗਰੁੱਪ ਵਾਲਾ ਉਹ ਆ ਗਿਆ। ਉਸ ਤੋਂ ਬਾਅਦ ਹੈ ਰਾਜੇ ਪੰਚਾਇਤ ਸਮਿਤੀ ਦੀ ਆਮਦਨ ਦੇ 4 ਸਾਧਨ। ਪੰਚਾਇਤ ਸਮਿਤੀ ਹੈ ਉਹ ਕਿਸ ਤਰ੍ਹਾਂ ਆਮਦਨ ਇਕੱਠੀ ਕਰਦੀ ਹੈ ਉਹਨਾਂ ਬਾਰੇ ਆ ਗਿਆ ਰਾਜੇ। ਮੇਅਰ ਕੌਣ ਹੁੰਦਾ ਹੈ ਤੇ ਇੱਕ ਕਾਰਪੋਰੇਸ਼ਨ ਵਿੱਚ ਮੇਅਰ ਦੀ ਭੂਮਿਕਾ ਕੀ ਹੁੰਦੀ ਹੈ? ਹੁਣ ਜਿਵੇਂ ਪਿੰਡਾਂ ਦੇ ਵਿੱਚ ਰਾਜੇ ਪੰਚਾਇਤ ਦੇ ਵਿੱਚ ਸਰਪੰਚ ਵਗੈਰਾ ਹੁੰਦੇ ਆ ਉਸੇ ਤਰ੍ਹਾਂ ਹੀ ਸ਼ਹਿਰਾਂ ਦੇ ਵਿੱਚ ਮੇਅਰ ਹੁੰਦਾ ਹੈ। ਉਹਨਾਂ ਬਾਰੇ ਪ੍ਰਸ਼ਨ ਹੈ। ਭਾਰਤ ਵਿੱਚ ਜਨ ਸਹਿਭਾਗਿਤਾ ਦਾ ਪੱਧਰ ਹੈ ਜਿਹੜਾ ਉਹ ਨੀਵਾਂ ਕਿਉਂ ਹੈ? ਵਿਦੇਸ਼ ਨੀਤੀ ਤੋਂ ਕੀ ਭਾਵ ਹੈ? ਫੋਰਨ ਪਾਲਿਸੀ। ਉਸ ਤੋਂ ਬਾਅਦ ਸਾਰਕ ਦਾ ਮੁੱਖ ਉਦੇਸ਼ ਲਿਖੋ। ਸਾਰਕ ਹੈ ਜਿਹੜੀ ਸੰਸਥਾ ਉਸ ਦਾ ਮੁੱਖ ਉਦੇਸ਼ ਕੀ ਹੈ? ਉਸ ਤੋਂ ਬਾਅਦ ਹੈ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਹੈ ਰਾਜੇ ਪਾਸਟਰੀ ਨਹੀਂ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੀ ਰਚਨਾ ਲਿਖੋ। ਠੀਕ ਹੈ, ਤਾਂ ਮੈਂ ਤੁਹਾਡੇ ਲਈ ਇਹ ਜਿਹੜਾ ਪ੍ਰਸ਼ਨ ਪੱਤਰ ਹੈ ਉਹ ਲੈ ਕੇ ਆਇਆ ਤੇ ਅੱਗੇ ਵੀ ਤੁਹਾਡੇ ਲਈ ਵੱਧ ਤੋਂ ਵੱਧ ਜਿਹੜੀ ਹੈ ਜੋ ਵੀ ਜਾਣਕਾਰੀ ਹੈ ਤੁਹਾਡੇ ਲਈ ਉਹ ਮੈਂ ਰਾਜੇ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ। ਇਸ ਲਈ ਤੁਸੀਂ ਕੀ ਕਰੋ ਮੇਰਾ ਜਿਹੜਾ YouTube ਚੈਨਲ ਹੈ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਰਾਜੀ। ਠੀਕ ਹੈ, ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਲਿਖੋ। ਕਿਸ ਦੀ? ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਲਿਖਣੀ ਹੈ ਵੀ ਰਾਜਨੀਤਿਕ ਤੌਰ ਤੇ ਕਿਸ ਤਰ੍ਹਾਂ ਨਾਲ ਇੰਡੀਆ ਦੇ ਵਿੱਚ ਜਿਹੜੇ ਪੋਲੀਟੀਕਲ ਲਾਈਫ ਹੈ ਜਿਹੜੀ ਉਹ ਕਿਸ ਤਰ੍ਹਾਂ ਦੇ ਨਾਲ ਚੱਲਦੀ ਹੈ। ਮਤਲਬ ਸਭ ਤੋਂ ਛੋਟੇ ਕੀ ਹੁੰਦੀ ਹੈ ਉਸ ਤੋਂ ਵੱਡੇ ਤੇ ਇਸ ਤਰ੍ਹਾਂ ਨਾਲ। ਠੀਕ ਹੈ, ਪ੍ਰਣਾਲੀ ਕਿਸ ਤਰ੍ਹਾਂ ਚੱਲਦੀ ਹੈ ਜਿਵੇਂ ਕਿ ਲੋ ਲੈਵਲ ਦੇ ਉੱਪਰ ਅਗਰ ਗੱਲ ਕਰੀਏ ਤਾਂ ਸਰਪੰਚ ਹੈ। ਉਸ ਤੋਂ ਬਾਅਦ ਬਲਾਕ ਸਮਿਤੀ ਹੈ। ਬਲਾਕ ਤੋਂ ਬਾਅਦ ਡਿਸਟ੍ਰਿਕਟ ਆ ਗਈ। ਡਿਸਟ੍ਰਿਕਟ ਤੋਂ ਬਾਅਦ ਸਟੇਟ ਆ ਗਈ। ਸਟੇਟ ਤੋਂ ਬਾਅਦ ਸੈਂਟਰ ਹੈ। ਤੇ ਇਸੇ ਦੀਆਂ ਰਾਜੇ ਮੁੱਖ ਵਿਸ਼ੇਸ਼ਤਾਵਾਂ ਦੇ ਵਿਸਤਾਰ ਨਾਲ ਸਹਿਤ ਵਰਣਨ ਵੀ ਕਰਨਾ ਹੈ। 10 ਨੰਬਰ ਦਾ ਰਾਜੇ ਤਾਂ ਉਸੇ ਦੇ ਹਿਸਾਬ ਨਾਲ ਹੀ ਤੁਸੀਂ ਇਸ ਕੁਐਸਚਨ ਨੂੰ ਹੱਲ
ਕਰੋਗੇ। ਦੂਜਾ ਹੈ ਨੌਕਰਸ਼ਾਹੀ ਦੀ ਪਰਿਭਾਸ਼ਾ ਦਿਓ ਤੇ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਦੌਰ ਹੈ। ਤਾਂ ਨੌਕਰਸ਼ਾਹੀ ਕੀ ਹੁੰਦੀ ਹੈ ਰਾਜੇ? ਬਿਊਰੋਕ੍ਰੇਸੀ ਦੀ ਬਾਰੇ ਗੱਲ ਕੀਤੀ ਹੈ ਇਹਨਾਂ ਨੇ ਵੀ ਬਿਊਰੋਕ੍ਰੇਸੀ, ਵਾਟ ਇਜ਼ ਬਿਊਰੋਕ੍ਰੇਸੀ? ਬਿਊਰੋਕ੍ਰੇਸੀ ਕੀ ਹੁੰਦੀ ਹੈ? ਤਾਂ ਬਿਊਰੋਕ੍ਰੇਸੀ ਕੀ ਹੈ? ਨੌਕਰਸ਼ਾਹੀ ਹੈ ਰਾਜੇ। ਨੌਕਰਸ਼ਾਹੀ ਮੀਨ ਜਿਵੇਂ ਕਿ ਡਾਕਟਰ, ਵਕੀਲ, ਟੀਚਰ, ਜਿਹੜੇ ਵੀ ਸਰਕਾਰੀ ਅਹੁਦੇ ਤੇ ਲੱਗੇ ਹਨ ਉਹਨਾਂ ਨੂੰ ਨੌਕਰਸ਼ਾਹੀ ਦੀ ਗੱਲ ਕਹਿੰਦੇ ਆ ਜਾਂ ਉਹਨਾਂ ਨੂੰ ਨੌਕਰਸ਼ਾਹੀ ਕਹਿੰਦੇ ਆ। ਤਾਂ ਉਹਨਾਂ ਬਾਰੇ ਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦਾ ਦੌਰ ਦੱਸਣਾ ਹੈ ਰਾਜੇ। ਉਸ ਤੋਂ ਬਾਅਦ ਹੈ ਮਤਦਾਨ ਵਿਹਾਰ ਤੋਂ ਕੀ ਭਾਵ ਹੈ? ਭਾਰਤ ਵਿੱਚ ਮਤਦਾਨ ਵਿਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਥਾਂ ਦਾ ਵਰਣਨ ਕਰੋ। ਉਸ ਤੋਂ ਬਾਅਦ ਲਾਸਟ ਪ੍ਰਸ਼ਨ ਹੈ ਭਾਰਤ ਅਤੇ ਚੀਨ ਦੇ ਜੋ ਵੀ ਸੰਬੰਧ ਹੈ ਉਹਨਾਂ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿਓ ਰਾਜੇ। ਠੀਕ ਹੈ, ਤਾਂ ਇਹਨਾਂ ਬਾਰੇ ਹੈ। ਉਸ ਤੋਂ ਬਾਅਦ ਆ ਪ੍ਰਸ਼ਨ ਪੱਤਰ ਹੈਗਾ ਸੀ ਰਾਜੇ ਜਿਹੜਾ ਕਿ 2016 ਦੇ ਵਿੱਚ ਆਇਆ ਹੈ। ਉਸ ਤੋਂ ਬਾਅਦ ਅੱਗੇ ਨੈਕਸਟ ਹੈ ਜਿਹੜਾ 2017 ਦੇ ਵਿੱਚ ਜਿਹੜਾ ਪ੍ਰਸ਼ਨ ਪੱਤਰ ਹੈਗਾ ਉਹ ਹੈ 90 ਨੰਬਰ ਦਾ ਹੋਗਾ ਜੀ। ਠੀਕ ਹੈ, ਉਸ ਬਾਰੇ ਹੁਣ ਗੱਲ ਕਰਦੇ ਹਾਂ। ਭਾਗ ਊੜਾ ਦੇ ਵਿੱਚ ਕੀ ਹੈ? ਰਾਜਨੀਤਿਕ ਪ੍ਰਣਾਲੀ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਰਾਜਨੀਤੀ ਵਿਗਿਆਨੀ ਨੇ ਕੀਤੀ ਸੀ? ਰਾਜਨੀਤਿਕ ਜਿਹੜੀ ਪ੍ਰਣਾਲੀ ਹੈ, ਪੋਲੀਟੀਕਲ ਸਿਸਟਮ ਹੈ, ਉਸ ਦਾ ਸਭ ਤੋਂ ਪਹਿਲਾ ਪ੍ਰਯੋਗ ਹੈ ਜਿਹੜਾ ਉਹ ਕਿਸ ਵਿਗਿਆਨਿਕ ਦੇ ਦੁਆਰਾ ਕੀਤਾ ਗਿਆ ਸੀ ਰਾਜੇ? 1 ਨੰਬਰ ਦਾ ਪ੍ਰਸ਼ਨ ਹੈ। ਉਸ ਤੋਂ ਬਾਅਦ ਰਾਜਨੀਤਿਕ ਸਮਾਜੀਕਰਨ ਦੀਆਂ 2 ਕਿਸਮਾਂ ਦੱਸੋ। ਨੌਕਰਸ਼ਾਹੀ ਦੀ ਕਿਸ ਕਿਸਮ ਦੀ ਭਰਤੀ ਵਿੱਚ ਖਰਾਬ ਸਿਸਟਮ ਮੀਨਸ ਸਪੋਇਲ ਸਿਸਟਮ ਕਿਹਾ ਜਾਂਦਾ ਹੈ? ਹੁਣ ਕਿਹੜੀ ਭਰਤੀ ਹੈ ਜਿਸ ਨੂੰ ਸਪੋਇਲ ਸਿਸਟਮ ਕਿਹਾ ਜਾਂਦਾ ਹੈ ਰਾਜੇ? ਭਾਰਤ ਵਿੱਚ ਕਿਹੜੀਆਂ ਕਿਹੜੀਆਂ ਚੋਣਾਂ ਹੈ ਜਿਹੜੀਆਂ ਉਹ ਅਪ੍ਰਤੱਖ ਚੋਣ ਢੰਗ ਨਾਲ ਹੁੰਦੀਆਂ ਨੇ? ਅਪ੍ਰਤੱਖ ਚੋਣ ਢੰਗ ਨਾਲ ਹੁੰਦੀਆਂ ਨੇ। ਅਪ੍ਰਤੱਖ ਕਿਵੇਂ ਰਾਜੇ? ਅਪ੍ਰਤੱਖ ਜਿਹੜਾ ਸਾਹਮਣੇ ਨਹੀਂ ਹੁੰਦਾ, ਇਨਡਾਇਰੈਕਟ, ਜਿਵੇਂ ਕਿ ਰਾਸ਼ਟਰਪਤੀ ਹੋ ਗਿਆ, ਇਹਨਾਂ ਬਾਰੇ ਹੋਊਗਾ। ਉਸ ਤੋਂ ਬਾਅਦ ਹੈ ਇਨਸਾਨੀ ਬਿਰਾਦਰੀ ਨਾਮੀ ਸੰਸਥਾ ਕਿਸ ਨੇ ਬਣਾਈ ਸੀ? ਇਨਸਾਨੀ ਬਿਰਾਦਰੀ ਨਾਮੀ ਸੰਸਥਾ ਹੈ ਜਿਹੜੀ ਉਹ ਕਿਸ ਦੁਆਰਾ ਬਣਾਈ ਹੈ ਰਾਜੇ? ਭਾਰਤ ਅਤੇ ਚੀਨ ਵਿਚਕਾਰ ਪੰਚਸ਼ੀਲ ਸਮਝੌਤਾ ਕਦੋਂ ਹੋਇਆ? ਵੈਰੀ ਵੈਰੀ ਇੰਪੋਰਟੈਂਟ ਹੈ ਰਾਜੇ। ਇਸ ਦੇ ਬਹੁਤ ਹੀ ਚਾਂਸਸ ਰਹਿੰਦੇ ਆ ਹਰ ਇੱਕ ਐਗਜ਼ਾਮ ਦੇ ਵਿੱਚ ਕੋਈ ਨਾ ਕੋਈ ਇਸ ਦੇ ਪਿੱਛੋਂ ਪ੍ਰਸ਼ਨ ਆਉਣ ਦੇ। ਉਸ ਤੋਂ ਬਾਅਦ ਰਾਜੇ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਨੂੰ ਕੌਣ ਭੰਗ ਕਰ ਸਕਦਾ ਹੈ? ਸੰਸਦ ਦੇ ਵਿੱਚ ਜਿਹੜੀ ਸ਼ਾਸਨ ਪ੍ਰਣਾਲੀ ਹੈ ਉਸ ਵਿੱਚ ਮੰਤਰੀ ਮੰਡਲ ਨੂੰ ਕੌਣ ਭੰਗ ਕਰ ਸਕਦਾ ਹੈ? ਰਾਜ ਸਭਾ ਹੈ ਜਾਂ ਲੋਕ ਸਭਾ ਹੈ? ਉਹਨਾਂ ਬਾਰੇ ਹੈ ਰਾਜੇ। ਉਸ ਤੋਂ ਬਾਅਦ ਸਹੀ ਤੇ ਗਲਤ ਇੱਕ ਦੱਸਣਾ ਹੈ। ਸੰਵਿਧਾਨ ਦੀ 86ਵੀਂ ਜਿਹੜੀ ਸੋਧ ਹੋਈ ਸੀ ਅਨੁਛੇਦ 21 ਏ ਮੁਫਤ ਤੇ ਲਾਜ਼ਮੀ ਦਾ ਪ੍ਰਬੰਧ ਕਰਦਾ ਹੈ, ਠੀਕ ਹੈ ਜਾਂ ਸਹੀ ਹੈ? ਤਾਂ ਰਾਜੇ ਉਸ ਬਾਰੇ ਦੱਸਣਾ ਹੈ। ਖਾਲਿਸਤਾਨ ਭਰਨਾ ਹੈ। ਰਾਜਨੀਤਿਕ ਦਲ ਡੈਸ਼ ਦੀ ਜਿੰਦ ਤੇ ਜਾਨ ਹੁੰਦੀ ਹੈ, ਉਸ ਬਾਰੇ ਦੱਸਣਾ ਹੈ। ਬਹੁ ਵਿਕਲਪੀ ਦੇ ਵਿੱਚ ਫਿਰ ਦੱਸਣਾ ਰਾਜੇ। 1 ਮਿੰਟ, ਹਾਂ, ਬਹੁ ਵਿਕਲਪੀ ਦੇ ਵਿੱਚ ਫਿਰ ਦੱਸਣਾ ਰਾਜੇ ਕੀ ਹੈ? 73ਵੀਂ ਸੰਵਿਧਾਨਿਕ ਸੰਸ਼ੋਧਨ ਹੋਇਆ ਹੈ, ਠੀਕ ਹੈ। ਉਸ ਦੁਆਰਾ ਪੇਂਡੂ ਖੇਤਰ ਵਿੱਚ ਕਿਸ ਸਥਾਨ ਦੇ ਰਾਖਵੇਂ ਹੈ ਜਿਹੜੇ ਉਹ ਨਵੇਂ ਆਏ ਹਨ? ਕਿਹਨਾਂ ਦੇ ਬਾਰੇ ਆਏ ਸੀ ਰਾਜੇ? ਉਹਨਾਂ ਬਾਰੇ ਹੈ। ਉਸ ਤੋਂ ਬਾਅਦ ਹੈ 2-2 ਨੰਬਰ ਦੇ ਪ੍ਰਸ਼ਨ ਹੈ ਜਿਹੜੇ ਉਹ ਆਣਗੇ ਰਾਜੇ। ਕਿੰਨੇ ਹੈ? ਠੀਕ ਹੈ, 2-2 ਨੰਬਰ ਦੇ ਜਿਹੜੇ ਪ੍ਰਸ਼ਨ ਹੈ ਉਹ ਆਣਗੇ। ਕਿੰਨੇ ਹੈ? 12, ਠੀਕ ਹੈ। ਭਾਗ ਐੜਾ ਦੇ ਵਿੱਚ ਤੁਲਨਾਤਮਕ ਰਾਜਨੀਤੀ ਅਧੀਨ ਕਿਹੜੇ 2 ਵਿਸ਼ਿਆਂ ਦੀ ਤੁਲਨਾ ਜਿਹੜੀ ਕੀਤੀ ਜਾਂਦੀ ਹੈ ਉਸ ਬਾਰੇ ਰਾਜੇ, ਠੀਕ ਹੈ। ਉਸ ਤੋਂ ਬਾਅਦ ਹੈ ਉਦਾਰਵਾਦ ਸ਼ਬਦ ਦੇ ਬਾਰੇ ਦੱਸਣਾ ਹੈ। ਸ਼ਾਬਦਿਕ ਅਰਥ ਕੀ ਹੁੰਦਾ ਹੈ ਉਦਾਰਵਾਦ ਦਾ? ਦਬਾਅ ਸਮੂਹਾਂ ਦਾ। ਵੈਰੀ ਵੈਰੀ ਇੰਪੋਰਟੈਂਟ ਹੈ ਰਾਜੇ। ਪਹਿਲਾਂ ਵੀ ਇਹਦਾ ਪ੍ਰਸ਼ਨ ਆਇਆ ਹੈ ਪ੍ਰੀਵੀਅਸ ਐਗਜ਼ਾਮ ਦੇ ਵਿੱਚ, 2016 ਦੇ ਵਿੱਚ ਵੀ ਆਇਆ ਤੇ 17 ਦੇ ਵਿੱਚ ਵੀ ਹੈ। ਤਾਂ ਇਸ ਨੂੰ ਥੋੜਾ ਧਿਆਨ ਨਾਲ ਤੁਸੀਂ ਕਰ ਲੈਣਾ ਹੈ। ਬਾਲਗ ਮਤ ਦਾ ਅਧਿਕਾਰ ਹੈ ਜਿਹੜਾ ਉਸ ਦੇ ਪੱਖ ਵਿੱਚ 2 ਦਲੀਲਾਂ ਦੱਸੋ, ਉਹਨਾਂ ਬਾਰੇ ਰਾਜੇ। ਭਾਰਤ ਵਿੱਚ ਜਾਤ ਦੇ ਆਧਾਰ ਤੇ ਬਣੇ 2 ਰਾਜਨੀਤਿਕ ਦਲ ਜਿਹੜੀ ਜਾਤੀਵਾਦ ਦੇ ਆਧਾਰ ਤੇ ਬਣੇ ਹੋਏ ਰਾਜੇ, ਉਹਨਾਂ ਦੇ ਕੋਈ 2 ਨਾਂ ਦੱਸਣੇ ਹੈ, ਜਿਵੇਂ ਕਿ ਹਿੰਦੂ ਜਾਟ ਉਹ ਹੈ, ਇਹਨਾਂ ਬਾਰੇ। ਉਸ ਤੋਂ ਬਾਅਦ ਸੰਪਰਦਾਇਕਤਾ ਦੇ ਲੋਕਤੰਤਰ ਦਾ ਕੋਈ 2 ਪ੍ਰਭਾਵ ਦੱਸਣੇ ਹੈ। ਸ਼ਹਿਰੀ ਖੇਤਰ ਦੀਆਂ ਸਥਾਨਕ ਸੰਸਥਾਵਾਂ ਦੇ ਨਾਂ ਦੱਸਣੇ ਹੈ। ਸਾਰਕ ਦੀ ਫੁੱਲ ਫਾਰਮ ਦੱਸਣੀ ਹੈ ਰਾਜੇ। ਮਤਦਾਨ ਵਿਹਾਰ ਤੋਂ ਤੁਹਾਡਾ ਕੀ ਭਾਵ ਹੈ? ਪਹਿਲਾਂ ਵੀ ਆ ਚੁੱਕਿਆ ਹੈ, ਸਾਰਕ ਵਾਲਾ ਵੀ ਪਹਿਲਾਂ ਆ ਚੁੱਕਿਆ ਰਾਜੇ। 2 ਦੇਸ਼ਾਂ ਦੇ ਨਾਂ ਜਿਨ੍ਹਾਂ ਦੇ ਨੇ ਭਾਰਤ ਤੇ ਹਮਲਾ ਕੀਤਾ ਹੈ ਉਹਨਾਂ ਬਾਰੇ ਦੱਸਣਾ ਰਾਜੇ। ਕੋਈ 4 ਮਨੁੱਖੀ ਅਧਿਕਾਰਾਂ ਦੇ ਨਾਂ ਦੱਸਣੇ ਹੈ ਜਿਨ੍ਹਾਂ ਦੇ ਵਿੱਚ ਮਨੁੱਖ ਨੂੰ ਆਪਣੇ ਅਲੱਗ ਅਧਿਕਾਰ ਜਿਹੜੇ ਉਹ ਦਿੱਤੇ ਗਏ ਹਨ। ਚੰਗੇ ਲੋਕਮਤ ਦਾ ਨਿਰਮਾਣ ਵੀ ਤੇ ਜ਼ਰੂਰੀ ਸ਼ਰਤਾਂ ਰਾਜੇ, ਉਹਨਾਂ ਬਾਰੇ ਵੀ ਗੱਲ ਕਰਨੀ ਹੈ, ਉਹ ਵੀ ਪ੍ਰਸ਼ਨ ਆਇਆ ਹੋਇਆ ਹੈ।
ਭਾਗ ਈੜੀ ਦੇ ਵਿੱਚ ਹੈ ਰਾਜੇ ਮਹਾਤਮਾ ਗਾਂਧੀ ਜੀ ਦੇ ਆਦਰਸ਼ ਰਾਜ ਦੀ ਵਿਆਖਿਆ ਕਰੋ। ਮਹਾਤਮਾ ਗਾਂਧੀ ਜੀ ਦੇ ਆਦਰਸ਼ ਰਾਜ ਬਾਰੇ। ਉਸ ਤੋਂ ਬਾਅਦ ਰਾਜੇ ਪ੍ਰਸ਼ਨ 15 ਨੰਬਰ ਹੈ ਰਾਜਨੀਤਿਕ ਦਲਾਂ ਦੇ ਕੋਈ 4 ਕਾਰਜਾਂ ਦਾ ਵਰਣਨ ਕਰਨਾ ਹੈ। ਡੇਵਿਡ ਐਡਸਨ ਵੈਰੀ ਵੈਰੀ ਇੰਪੋਰਟੈਂਟ ਹੈ ਰਾਜੇ। ਡੇਵਿਡ ਐਡਸਨ ਨੇ ਈਸਟਨ ਨੇ ਕੀ ਕਿਹਾ ਦੀ ਕੱਚਾ ਮਾਲ ਮੁੜ ਪ੍ਰਕਿਰਿਆ ਫੀਡਬੈਕ ਲੂਪ ਦਾ ਵੀ ਵਰਣਨ ਹੈ ਜਿਹੜਾ ਉਹ ਕਰਨਾ ਰਾਜੇ। ਉਸ ਤੋਂ ਬਾਅਦ ਹੈ ਘੱਟ ਗਿਣਤੀਆਂ ਦੀ ਪ੍ਰਤੀਨਿਧਤਾ ਤੋਂ ਕੀ ਭਾਵ ਹੈ। ਘੱਟ ਗਿਣਤੀਆਂ ਦੇਣ ਵਾਲੀਆਂ 2 ਵਿਧੀਆਂ ਦੇ ਨਾਂ ਦੱਸੋ। ਲਾਈਬਲਿੰਗ ਕੀ ਹੁੰਦਾ ਹੈ। ਲੋਬਲਿੰਗ ਹੈ ਜੇ ਉਹ ਰਾਜੇ ਕੀ ਹੁੰਦਾ ਹੈ। ਰਾਜਨੀਤਿਕ ਇੱਕ ਰੂਪਤਾ ਤੋਂ ਕੀ ਭਾਵ ਹੈ। ਗ੍ਰਾਮ ਪੰਚਾਇਤ ਦਾ ਸਭਾਪਤੀ ਕੌਣ ਹੈ ਅਤੇ ਇਸ ਦੇ 3 ਕੰਮ ਦੱਸੋ। ਭਾਰਤ ਵਿੱਚ ਪਾਏ ਜਾਣ ਵਾਲੇ 4 ਰਾਸ਼ਟਰੀ ਦਲਾਂ ਦੇ ਅਤੇ ਉਹਨਾਂ ਦੇ ਚੋਣ ਨਿਸ਼ਾਨ ਦੱਸਣੇ ਆ ਰਾਜੇ। ਭਾਰਤ ਦੀ ਪਰਮਾਣੂ ਨੀਤੀ ਦਾ ਵਰਣਨ ਕਰਨਾ ਹੈ ਅਤੇ ਭਾਰਤ ਦਾ ਨਿਸ਼ਾਸਤਰੀਕਰਨ ਪਰੀ ਕੀ ਰਵੱਈਆ ਹੈ। ਠੀਕ ਹੈ। ਉਸ ਤੋਂ ਬਾਅਦ ਰਾਜੇ ਸੰਯੁਕਤ ਰਾਸ਼ਟਰ ਸੰਘ ਦੀ ਨਾਂ ਸੰਯੁਕਤ ਰਾਸ਼ਟਰ ਸੰਘ ਦੇ ਨਾਂ ਕਦੋਂ ਹੋਈ ਨਾਂ ਕਦੋਂ ਹੋਇਆ ਤੇ ਇਸ ਦੇ ਅੰਗ ਦਾ ਨਾਂ ਵੀ ਉਹ ਵੀ ਦੱਸਣਾ ਹੈ ਰਾਜੇ। ਉਸ ਤੋਂ ਬਾਅਦ ਹੈ ਭਾਗ ਸੱਸਾ ਦੇ ਵਿੱਚ 24 ਨੰਬਰ ਦਾ ਜਿਹੜਾ ਰਾਜਨੀਤਿਕ ਪ੍ਰਣਾਲੀ ਦਾ ਚੰਗਾ ਦੱਸਦੇ ਹੋਏ ਉਸਦੇ ਨਿਵੇਸ਼ ਕਾਰਜਾਂ ਦਾ ਵੀ ਵਰਣਨ ਕਰਨਾ ਹੈ। ਮਾਰਕਸਵਾਦ ਕੀ ਹੈ। ਕਾਰਲ ਮਾਰਕਸ ਦੇ 4 ਮਹੱਤਵਪੂਰਨ ਸਿਧਾਂਤਾਂ ਦਾ ਵਰਣਨ ਕਰੋ। ਲੈਕਮਾਰ ਤੋਂ ਕੀ ਭਾਵ ਹੈ। ਕਮਰ ਦੇ ਨਿਰਮਾਣ ਵਿੱਚ ਰਾਜਨੀਤਿਕ ਦਲ ਵਿਦਿਅਕ ਸੰਸਥਾਵਾਂ ਆਧੁਨਿਕ ਜਲਈ ਆਦਿ ਸਾਧਨਾਂ ਦੀ ਕੀ ਭੂਮਿਕਾ ਨਿਭਾਉਂਦੇ ਹਨ। ਅਨੁਪਾਤਕ ਪ੍ਰਤੀਨਿਧਤਾ ਦਾ ਅਧ ਸਪਸ਼ਟ ਕਰਦੇ ਹੋਏ ਇਸ ਦੇ 2 ਗੁਣਾ ਤੇ 2 ਔਗੁਣਾ ਦਾ ਨਾਮ ਦੱਸੋ। ਵਿਦੇਸ਼ ਨੀਤੀ ਕੀ ਹੈ। ਭਾਰਤ ਵਿਦੇਸ਼ ਨੀਤੀ ਅਧੀਨ ਪੰਥਸ਼ੀਲ ਅਤੇ ਗੁੱਟ ਨਿਰਲੇਪਤਾ ਦਾ ਵਰਣਨ ਕਰੋ। ਵੈਰੀ ਵੈਰੀ ਇੰਪੋਰਟੈਂਟ ਹੈ ਰਾਜੇ। ਭਾਰਤੀ ਦਲ ਪ੍ਰਣਾਲੀ ਦੀਆਂ 6 ਵਿਸ਼ੇਸ਼ਤਾਵਾਂ ਦਾ ਵਿਸਤਾਰ ਵਰਣਨ ਕਰੋ। ਇਸ ਤੋਂ ਬਾਅਦ ਰਾਜੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਦੇ 6 ਕਾਰਨ ਦੱਸਣੇ ਆ ਤੇ ਚੋਣ ਆਯੋਗ ਦੀ ਬਣਤਰ ਰਾਸ਼ਟਰੀ ਚੋਣ ਆਯੋਗ ਦੇ 4 ਕਾਰਜ ਆ ਜਿਹੜੇ ਉਹਨਾਂ ਬਾਰੇ ਵੀ ਰਾਜੇ ਦੱਸਣਾ ਹੈ। ਠੀਕ ਹੈ ਰਾਜੇ। ਉਸ ਤੋਂ ਅੱਗੇ ਨੈਕਸਟ ਐਗਜ਼ਾਮ ਹੈ ਜਿਹੜਾ 2018 ਉਸ ਬਾਰੇ ਕਰਦੇ ਹਾਂ। ਹਾਂ ਸਾਲਾਨਾ ਪ੍ਰੀਖਿਆ ਪ੍ਰਣਾਲੀ ਜਿਹੜਾ 2018 ਦਾ ਐਗਜ਼ਾਮ ਹੈ ਉਸ ਬਾਰੇ ਕਰਦੇ ਹਾਂ। ਉਸ ਦੇ ਵਿੱਚ ਕਿਹੜੇ ਕਿਹੜੇ ਪ੍ਰਸ਼ਨ ਆਏ ਆ ਰਾਜੇ ਉਹਨਾਂ ਬਾਰੇ ਵੀ ਜਾਣਕਾਰੀ ਲੈਣੇ ਆ ਤੇ ਤੁਸੀਂ ਧਿਆਨ ਰੱਖਣਾ ਰਾਜੇ ਜਿਹੜੇ ਵੀ ਪ੍ਰਸ਼ਨ ਹੈ ਜਿਹੜੇ ਰਿਪੀਟਡ ਹੋ ਰਹੇ ਹਨ ਜਿਹੜੇ ਵੀ ਪ੍ਰਸ਼ਨ ਰਿਪੀਟਡ ਹੋ ਰਹੇ ਆ ਜਿਹੜੇ ਲੈਸਨ ਦੇ ਵਿੱਚੋਂ ਆਏ ਹੋਏ ਆ ਤਾਂ ਉਹਨਾਂ ਪ੍ਰਤੀ ਹੀ ਕੀ ਹੈ ਸਰਕਾਰ ਹਰ ਵਾਰੀ ਪ੍ਰਸ਼ਨਾਂ ਨੂੰ ਚੱਕ ਕੇ ਉਹਨਾਂ ਪ੍ਰਤੀ ਹੀ ਕੁਐਸਚਨ ਹੈ ਜਿਹੜੇ ਉਹ ਬਣਾਉਂਦੀ ਹੈ ਰਾਜੇ। ਠੀਕ ਹੈ। ਤਾਂ ਧਿਆਨ ਰੱਖਣਾ ਅਤੇ ਆ ਜਿਹੜੇ ਵੱਧ ਤੋਂ ਵੱਧ ਕੁਐਸਚਨ ਹੈ ਜਿਹੜੇ ਪ੍ਰਸ਼ਨ ਹੈ ਇਹਨਾਂ ਨੂੰ ਤੁਸੀਂ ਆਪਣੇ ਮਾਈਂਡ ਦੇ ਵਿੱਚ ਤੇ ਵਧੀਆ ਤਰੀਕੇ ਨਾਲ ਇਹਨਾਂ ਦੀ ਤਿਆਰੀ ਕਰਕੇ ਜਾਣਾ ਰਾਜੇ। ਠੀਕ ਹੈ। ਉਸ ਤੋਂ ਅੱਗੇ ਹੈ ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਕਾਰਜ ਦੱਸੋ। 1 ਮਿੰਟ ਰਾਜੇ। ਹਾਂਜੀ ਰਾਜਨੀਤਿਕ ਪ੍ਰਣਾਲੀ ਦੇ ਬਾਰੇ ਦੱਸਣਾ ਹੈ। ਹਾਂ ਰਾਜਨੀਤਿਕ ਪ੍ਰਣਾਲੀ ਦੇ ਬਾਰੇ ਦੱਸਣਾ ਰਾਜੇ। ਉਸ ਤੋਂ ਬਾਅਦ ਹੈ ਉਦਾਰਵਾਦ ਦੇ 2 ਰੂਪਾਂ ਦੇ ਨਾਮ ਦੱਸੋ। ਉਦਾਰਵਾਦ ਦੇ 2 ਰੂਪਾਂ ਦੇ ਨਾਮ। ਉਸ ਤੋਂ ਬਾਅਦ ਹੈ ਲੋਕ ਮਤ ਦੇ ਨਿਰਮਾਣ ਦੇ ਕੋਈ 2 ਸਾਧਨ ਦੱਸੋ। 2 ਦਲ ਪ੍ਰਣਾਲੀ ਵਾਲਾ ਦੇਸ਼ ਕਿਹੜਾ ਹੈ। ਮਲਟੀ ਪਾਰਟੀ ਸਿਸਟਮ ਵਾਲਾ ਕਿਹੜਾ ਹੈ। ਡੈਸ਼ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ ਰਾਜੇ ਉਸ ਬਾਰੇ ਦੱਸਣਾ ਹੈ। ਉਸ ਤੋਂ ਬਾਅਦ ਹੈ ਭਾਰਤੀ ਸਾਮਵਾਦ ਦਲ ਦੀਆਂ 2 ਵੰਡ ਹੋਈ ਹੈ ਕਿਹੜੀ ਕਿਹੜੀ ਹੋਈ ਹੈ ਉਹਨਾਂ ਬਾਰੇ ਵੀ ਰਾਜੇ ਗੱਲ ਕਰਨੀ ਹੈ ਕਦੋਂ ਹੋਈ ਹੈ। ਠੀਕ ਹੈ। ਜੇਤੂ ਉਮੀਦਵਾਰ ਦੀ ਚੋਣ ਵਿਰੋਧੀ ਉਜਰਵਾਦੀ ਸੰਬੰਧੀ ਕੌਣ ਫੈਸਲਾ ਕਰਦਾ ਹੈ ਉਸ ਬਾਰੇ ਦੱਸਣਾ ਹੈ। ਸਾਰਕ ਕੀ ਹੈ ਤਾਂ ਕੀ ਹੈ ਰਾਜੇ ਵਿਸ਼ਵ ਹੈ ਅੰਤਰਰਾਸ਼ਟਰੀ ਹੈ ਖੇਤਰੀ ਹੈ ਸਰਵਵਿਆਪਕ ਹੈ ਕੀ ਹੈ। ਭਾਰਤ ਇੱਕ ਦਲ ਪ੍ਰਣਾਲੀ ਹੈ ਜਾਂ ਨਹੀਂ ਹੈ ਉਹਨਾਂ ਬਾਰੇ ਦੱਸਣਾ ਰਾਜੇ। ਉਸ ਤੋਂ ਬਾਅਦ ਹੈ ਨਿਸ਼ਸਤਰੀਕਰਨ ਦਾ ਅਰਥ ਹਥਿਆਰਾਂ ਦੀ ਪੂਰੀ ਤਰ੍ਹਾਂ ਖਾਤਮਾ ਕਰਨਾ ਹੈ ਉਹਨਾਂ ਦੇ ਬਾਰੇ ਦੱਸਣਾ ਹੈ ਰਾਜੇ। ਉਸ ਤੋਂ ਬਾਅਦ ਭਾਗ ਐੜਾ ਦੇ ਵਿੱਚ ਹੈ ਸ਼ਾਸਨ ਪ੍ਰਕਿਰਿਆ ਦਾ ਨਾਂ ਪੁਸਤਕ ਜਿਹੜੀ
किस विद्वान दी लिखित है। राजनीतिक समाजीकरण दियां कोई दो विशेषतावां लिखो। गांधी जी ने अहिंसा संबंधी की विचार दिते हैं, उन्हां बारे दसो। दबाव समूह जिहड़े आ गए, प्रेशर ग्रुप। हुण दो राजे हुंदे है, एक तां समूह हुंदे है, एक दबाव समूह हुंदे है। ਜਿਹੜੇ ਦਬਾਅ ਸਮੂਹ ਇੱਕ ਇੰਟਰਸਟ ਹੁੰਦੇ ਹੈ, ਇੱਕ ਪ੍ਰੈਸ਼ਰ ਹੁੰਦੇ ਹੈ। ਠੀਕ ਹੈ, ਥੋੜਾ ਇੰਗਲਿਸ਼ ਦੇ ਵਿੱਚ ਦੱਸ ਦਿੰਨਾ ਵੀ ਦਬਾਅ ਕਿਹੜੇ ਹੁੰਦੇ ਹੈ, ਜਿਹੜੇ ਕਿ ਸਰਕਾਰ ਦੇ ਉੱਤੇ ਦਬਾਅ ਪਾਣਗੇ, ਉਹ ਗਰੁੱਪ ਹੋ ਗਏ। ਜਿਹੜੇ ਖੁਦ ਦੇ ਇੰਟਰਸਟ ਵਾਸਤੇ ਹੈ, ਜਿਹੜੇ ਖੁਦ ਲਈ ਹੈ, ਉਹ ਹੈ ਸਾਡੇ ਇੰਟਰਸਟ ਗਰੁੱਪ, ਜਿਨ੍ਹਾਂ ਨੂੰ ਨੋਰਮਲ ਸਮੂਹ ਗਰੁੱਪ ਹੈ ਜਿਹੜਾ ਉਹ ਕਹਿ ਸਕਦੇ ਹਾਂ। ਤਾਂ ਇਹਨਾਂ ਦੇ ਦੋ ਢੰਗਾਂ ਦਾ ਵਰਣਨ ਕਰਨਾ ਹੈ। ਉਸ ਤੋਂ ਬਾਅਦ ਹੈ ਰਾਜੇ ਅਨੁਪਾਤਿਕ ਪ੍ਰਤੀਨਿਧਤਾ ਤੋਂ ਕੀ ਭਾਵ ਹੈ, ਉਸ ਬਾਰੇ ਦੱਸਣਾ ਹੈ। ਉਸ ਤੋਂ ਬਾਅਦ ਹੈ ਲੋਕ ਮਤ ਦੀ ਉਸਾਰੀ ਵਿੱਚ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਬਾਰੇ ਸੰਖੇਪ ਨੋਟ ਲਿਖੋ। ਭਾਰਤ ਵਿੱਚ ਲੋਕਤੰਤਰ ਦੀ ਸਫਲਤਾ ਲਈ ਕੋਈ ਦੋ ਜ਼ਰੂਰੀ ਸ਼ਰਤਾਂ ਦਾ ਵੀ ਵਰਣਨ ਕਰੋ ਰਾਜੇ। ਉਸ ਤੋਂ ਬਾਅਦ ਹੈ ਸੰਪਰਦਾਇਕਤਾ ਦੇ ਭਾਰਤੀ ਲੋਕਤੰਤਰ ਦਾ ਕੋਈ ਦੋ ਪ੍ਰਭਾਵ ਦੱਸੋ ਰਾਜੇ, ਉਹਨਾਂ ਬਾਰੇ ਹੈ। ਗ੍ਰਾਮ ਪੰਚਾਇਤ ਦੇ ਕੋਈ ਦੋ ਕਾਰਜ ਦੱਸੋ, ਜਿਹੜਾ ਪਹਿਲਾਂ ਵੀ ਆਪਾਂ ਕਰ ਚੁੱਕੇ ਹਾਂ, ਪਹਿਲਾਂ ਵੀ ਪ੍ਰਸ਼ਨ ਆਇਆ ਰਾਜੇ। ਭਾਰਤ ਦੇ ਦੋ ਰਾਸ਼ਟਰੀ ਤੇ ਦੋ ਖੇਤਰੀ ਦਲਾਂ ਦੇ ਨਾਂ ਲਿਖੋ। ਰਾਸ਼ਟਰੀ ਮੀਨਸ ਨੈਸ਼ਨਲ ਲੈਵਲ ਤੇ ਜਿਹੜੇ ਦਲ ਬਣੇ ਹੋਏ ਹੈ, ਪਾਰਟੀ ਬਣੀ ਹੋਈ ਹੈ, ਅਤੇ ਜਿਹੜੇ ਸਟੇਟ ਲੈਵਲ ਤੇ ਪਾਰਟੀ ਬਣੀ ਹੋਈ ਹੈ, ਇਹਨਾਂ ਬਾਰੇ ਵੀ ਰਾਜੇ ਗੱਲ ਕਰਨੀ ਹੈ। ਠੀਕ ਹੈ, ਰਾਸ਼ਟਰੀ ਏਕੀਕਰਨ ਅਤੇ ਮਨੋਵਿਗਿਆਨਿਕ ਪੱਖ ਤੋਂ ਤੁਹਾਡਾ ਕੀ ਭਾਵ ਹੈ। ਏਕਤਾ, ਰਾਸ਼ਟਰੀ ਏਕੀਕਰਨ ਮਤਲਬ ਨੈਸ਼ਨਲ ਯੂਨਿਟੀ, ਜਾਂ ਇਹਨਾਂ ਬਾਰੇ ਦੱਸਣਾ ਹੈ। ਸੰਯੁਕਤ ਰਾਸ਼ਟਰ ਦੀਆਂ 4 ਵਿਸ਼ਿਸ਼ਟ ਏਜੰਸੀਆਂ ਦੇ ਨਾਂ ਦੱਸਣੇ ਹੈ। ਸੰਯੁਕਤ ਰਾਸ਼ਟਰ ਦੀਆਂ ਕਿਹੜੀਆਂ ਏਜੰਸੀਆਂ ਹੈ। ਉਸ ਤੋਂ ਬਾਅਦ ਹੈ ਫੀਡਬੈਕ ਲੂਪ ਵਿਵਸਥਾ ਤੋਂ ਕੀ ਭਾਵ ਹੈ ਰਾਜੇ। ਨੌਕਰਸ਼ਾਹੀ ਦੀ ਨਿਰਪੱਖਤਾ, ਨਿਰਪੱਖ ਹੋਣਾ ਕਿਉਂ ਜ਼ਰੂਰੀ ਹੈ ਨੌਕਰਸ਼ਾਹੀ ਦੇ ਵਿੱਚ। ਪ੍ਰਤੱਖ ਚੋਣ ਵਿਧੀ ਤੋਂ ਤੁਹਾਡਾ ਕੀ ਭਾਵ ਹੈ, ਪ੍ਰਤੱਖ ਕਿਹੜੀ ਹੁੰਦੀ ਹੈ ਰਾਜੇ, ਉਸ ਬਾਰੇ ਦੱਸਣਾ ਹੈ। ਹਿਜਰਾਤ ਤੋਂ ਗਾਂਧੀ ਜੀ ਦਾ ਕੀ ਮਹੱਤਵ ਸੀ, ਵਾਟ ਇਜ਼ ਹਿਜਰਾਤ, ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ। ਕਾਰਲ ਮਾਰਕਸ ਦੀ ਸ਼੍ਰੇਣੀਹੀਣ ਸਮਾਜ ਤੋਂ ਕੀ ਭਾਵ ਹੈ। ਕਾਰਲ ਮਾਰਕਸ ਜਿਹੜਾ ਮਾਰਕਸਿਜ਼ਮ ਵਾਲਾ ਸੀ ਰਾਜੇ, ਉਸ ਬਾਰੇ ਹੈ। ਸੰਸਦੀ ਸਰਕਾਰ ਤੋਂ ਤੁਹਾਡਾ ਕੀ ਭਾਵ ਹੈ। ਸੰਸਦ, ਪਾਰਲੀਮੈਂਟਰੀ ਗਵਰਨਮੈਂਟ ਤੋਂ ਕੀ ਭਾਵ ਹੈ, ਉਸ ਬਾਰੇ ਹੈ ਰਾਜੇ। ਭਾਰਤ ਲੋਕਤੰਤਰ ਦੀ ਸਫਲਤਾ ਲਈ 4 ਜ਼ਰੂਰੀ ਸ਼ਰਤਾਂ ਦੇ ਨਾਂ ਲਿਖੋ, ਉਹਨਾਂ ਬਾਰੇ ਹੈ ਰਾਜੇ। ਭਾਰਤੀ ਸਾਮਵੇਦ ਦਲ ਦੀਆਂ ਕੋਈ 4 ਨੀਤੀਆਂ ਦਾ ਵਰਣਨ ਕਰੋ, ਉਹਨਾਂ ਬਾਰੇ ਹੈ। ਭਾਰਤੀ ਸਾਮਵਾਦੀ ਦਲ ਦੀਆਂ ਕੋਈ 4 ਨੀਤੀਆਂ ਦਾ ਵਰਣਨ ਕਰੋ, ਉਹਨਾਂ ਬਾਰੇ ਹੈ। ਭਾਰਤ ਵਿੱਚ ਜਨ ਸਹਿਭਾਗਿਤਾ ਦਾ ਅਰਥ ਜਿਹੜਾ ਪੱਧਰ ਹੈ ਉਹ ਨੀਵਾਂ ਕਿਉਂ ਹੈ। ਉਸ ਤੋਂ ਬਾਅਦ ਰਾਜੇ ਵਿਸ਼ਵੀਕਰਨ ਤੋਂ ਤੁਹਾਡਾ ਕੀ ਭਾਵ ਹੈ। ਵਿਸ਼ਵੀਕਰਨ ਤੋਂ ਤੁਹਾਡਾ ਕੀ ਭਾਵ ਹੈ, ਉਸ ਬਾਰੇ ਹੈ। ਭਾਗ ਸੱਸਾ ਦੇ ਵਿੱਚ ਸਾਰੇ ਪ੍ਰਸ਼ਨ ਜ਼ਰੂਰੀ ਹਨ। ਰਾਜਨੀਤਿਕ ਸਮਾਜੀਕਰਨ ਤੋਂ ਤੁਹਾਡਾ ਕੀ ਭਾਵ ਹੈ। ਰਾਜਨੀਤੀ ਨੂੰ ਪ੍ਰਗਟਾਉਣ ਲਈ 4 ਸਾਧਨਾਂ ਦਾ ਵੀ ਵਰਣਨ ਕਰੋ। ਉਸ ਤੋਂ ਬਾਅਦ ਰਾਜੇ ਡੇਵਿਡ ਈਸਟਨ ਦੇ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਦਾ ਵਰਣਨ ਕਰਨਾ ਹੈ। ਮਾਰਕਸਵਾਦ ਦੇ, ਸਾਮਰਾਜਵਾਦ ਦੇ, ਸਮਾਜਵਾਦ ਦੇ ਕੋਈ 6 ਸਿਧਾਂਤਾਂ ਦਾ ਵਰਣਨ ਕਰਨਾ ਹੈ। ਰਾਜਨੀਤਿਕ ਜੋ ਵੀ ਦਲ ਹੈ ਉਹਨਾਂ ਦੀ ਪਰਿਭਾਸ਼ਾ ਦੱਸੋ, ਤੇ ਲੋਕਤੰਤਰ ਵਿੱਚ ਰਾਜਨੀਤਿਕ ਦਲਾਂ ਦੇ ਕੋਈ 4 ਕੰਮਾਂ ਦਾ ਵਰਣਨ ਕਰਨਾ ਹੈ ਰਾਜੀ। ਠੀਕ ਹੈ, ਉਸ ਤੋਂ ਬਾਅਦ ਹੈ ਸੰਸਦੀ ਸ਼ਾਸਨ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ। ਸੰਸਦੀ ਸ਼ਾਸਨ ਪ੍ਰਣਾਲੀ ਦੇ ਕੋਈ 4 ਵਿਸ਼ੇਸ਼ਤਾਵਾਂ ਦਾ ਵੀ ਵਰਣਨ ਕਰੋ। ਭਾਰਤੀ ਦਲ ਦੀਆਂ ਕੋਈ 6 ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਭਾਰਤੀ ਚੋਣ ਆਯੋਗ ਦੇ ਕੋਈ 6 ਕਾਰਜਾਂ ਦਾ ਵਰਣਨ ਕਰੋ। ਉਸ ਤੋਂ ਬਾਅਦ ਅੱਜ ਦਾ ਲਾਸਟ ਪ੍ਰਸ਼ਨ ਹੈ ਰਾਜੇ, ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਉਠਾਏ ਗਏ ਕੋਈ ਸਰਕਾਰ ਦੇ 6 ਕਦਮਾਂ ਦਾ, ਉਹਨਾਂ ਦਾ ਵੀ ਵਰਣਨ ਕਰਨਾ ਹੈ ਰਾਜੇ। ਠੀਕ ਹੈ, ਅਸੀਂ 2018 ਦਾ ਪ੍ਰੀਵੀਅਸ ਪੇਪਰ, ਉਸ ਤੋਂ ਬਾਅਦ ਰਾਜੇ 2019 ਵਾਲਾ ਉਹ ਕਰਕੇ ਦੇਖ ਲੈਂਦੇ ਆ। ਉਸ ਦੇ ਵਿੱਚ ਵੀ ਸਿਮਿਲਰ ਹੀ ਪ੍ਰਸ਼ਨ ਹੋਣਗੇ। ਤਾਂ ਆਈ ਹੋਪ ਜਿਵੇਂ ਕਿ ਤੁਹਾਨੂੰ ਪਤਾ ਚੱਲ ਗਿਆ ਹੋਊਗਾ ਵੀ ਜਿਹੜਾ 2016 ਦੇ ਵਿੱਚ ਜਿਹੜਾ ਐਗਜ਼ਾਮ ਹੈਗਾ ਸੀ 17 ਦਾ ਹੈ, 18 ਦਾ ਹੈ, ਤਾਂ ਇੱਕੋ ਇੱਕ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਹੈ ਰਾਜੇ ਉਹੀ